ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 24 ਜੁਲਾਈ ਦਿਨ ਐਤਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਦੀਆਂ ਨਿਊਜ਼, ਅਮਰੀਕਾ ਦੀਆਂ ਨਿਊਜ਼ ਅਤੇ ਮੌਸਮ ਦੇ ਬਾਰੇ ਜਾਣਕਾਰੀ ਦੇਵਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰਜ਼ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮਾਉਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਡੈਮੋਕ੍ਰੈਟਿਕ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ ਤੋਂ ਪਹਿਲਾਂ DNC ਦੀਆਂ ਹੋਈਆਂ ਈਮੇਲ ਲੀਕਸ ਵਾਲਾ ਮੁੱਦਾ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਇਸ ਮਾਮਲੇ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੀ ਹੈੱਡ ਨੇ ਵੀ ਅਸਤੀਫਾ ਦੇ ਦਿੱਤਾ। 19,000 ਤੋਂ ਜ਼ਿਆਦਾ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਦੀਆਂ ਈਮੇਲਸ ਸ਼ੁੱਕਰਵਾਰ ਨੂੰ ਵਿਕੀਲੀਕਸ ਦੁਆਰਾ ਲੀਕ ਹੋ ਗਈਆਂ, ਜਿਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਡੈਮੋਕ੍ਰੈਟਿਕ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਕਿਵੇਂ ਬਰਨੀ ਸੈਂਡਰਸ ਦੇ ਪ੍ਰਾਇਮਰੀ ਕੈਂਪੇਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। DNC ਦੀ ਚੇਅਰਵੂਮਨ ਡੈਬੀ ਵੈਜ਼ਰਮੈਨ ਨੇ ਇਸ ਮਾਮਲੇ ਦੇ ਵਿੱਚ ਆਪਣਾ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਹੈ। ਇਸ ਮੁੱਦੇ ਦੇ ਕਰਕੇ ਫਿਲਾਡੈਲਫੀਆ ਦੇ ਵਿੱਚ ਪਾਰਟੀ ਦੀ ਹੋਣ ਵਾਲੀ ਕਨਵੈਨਸ਼ਨ, ਜੋ ਕਿ ਕੱਲ ਤੋਂ ਸ਼ੁਰੂ ਹੋਵੇਗੀ, ਉਸ ਦੇ ਉੱਤੇ ਵੀ ਕਾਫੀ ਫਰਕ ਪਵੇਗਾ। ਹਿਲਰੀ ਕਲਿੰਟਨ ਇਸ ਪਾਰਟੀ ਕਨਵੈਨਸ਼ਨ ਦੇ ਵਿੱਚ ਆਫੀਸ਼ੀਅਲ ਨੋਮੀਨੇਟ ਕੀਤੀ ਜਾਣੀ ਸੀ। ਇਸ ਮਾਮਲੇ ਨੂੰ ਲੈ ਕੇ ਡੋਨਲਡ ਟਰੰਪ ਦੇ ਕੈਂਪੇਨ ਨੇ ਵੀ ਹਿਲਰੀ ਕਲਿੰਟਨ ਨੂੰ ਇੱਕ ਵਾਰ ਫਿਰ ਘੇਰਿਆ ਹੈ ਅਤੇ ਉਹਨਾਂ ਨੇ ਕਿਹਾ ਕਿ ਹੋਈਆਂ ਈਮੇਲ ਲੀਕਸ ਤੋਂ ਪਤਾ ਚੱਲਦਾ ਹੈ ਕਿ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਸਿਸਟਮ ਕਿੰਨਾ ਕਰਪਟ ਹੈ ਅਤੇ ਹਿਲਰੀ ਕਲਿੰਟਨ ਦੇ ਸਾਥੀ ਕਿੰਨੇ ਕਰਪਟ ਹਨ। ਅਤੇ ਉਹਨਾਂ ਨੇ ਕਿਹਾ ਕਿ ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਬਰਨੀ ਸੈਂਡਰਸ ਦਾ ਕਦੇ ਵੀ ਕੋਈ ਚਾਂਸ ਨਹੀਂ ਸੀ। ਹਾਲਾਂਕਿ ਹਿਲਰੀ ਕਲਿੰਟਨ ਦੇ ਕੈਂਪੇਨ ਦੇ ਵੱਲੋਂ ਸਫਾਈ ਦਿੰਦੇ ਹੋਏ ਇਸ ਮੁੱਦੇ ਦੇ ਉੱਤੇ ਕਿਹਾ ਗਿਆ ਹੈ ਕਿ ਇਹ ਈਮੇਲਸ ਰਸ਼ੀਅਨ ਹੈਕਰਸ ਦੁਆਰਾ ਲੀਕ ਕੀਤੀਆਂ ਗਈਆਂ ਹਨ, ਜੋ ਕਿ ਡੋਨਲਡ ਟਰੰਪ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਹਨ। ਇਸ ਪੂਰੇ ਮਾਮਲੇ ਦੇ ਉੱਤੇ ਬਰਨੀ ਸੈਂਡਰਸ ਦੇ ਸਪੋਰਟਰਸ ਕਾਫੀ ਨਾਰਾਜ਼ ਦਿਖ ਰਹੇ ਹਨ। ਲਾਸ ਐਂਜਲਸ ਸੈਂਟਾ ਕਲੈਰਿਟਾ ਵਿਖੇ ਲੱਗੀ ਅੱਗ 22,000 ਏਕੜ ਦੇ ਵਿੱਚ ਫੈਲ ਚੁੱਕੀ ਹੈ ਅਤੇ ਇਸ ਦੇ ਕਰਕੇ ਫਰੀਵੇ ਨੰਬਰ 14 ਨੂੰ ਦੋਨੇ ਦਿਸ਼ਾ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ। ਸੈਂਟਾ ਕਲੈਰਿਟਾ ਵੈਲੀ ਦੇ ਵਿੱਚ ਇਹ ਲੱਗੀ ਅੱਗ ਨੇ ਸੈਂਕੜੇ ਘਰ ਆਪਣੀ ਚਪੇਟ ਦੇ ਵਿੱਚ ਲੈ ਲਏ ਹਨ। ਫਾਇਰ ਫਾਈਟਰਸ ਲਗਾਤਾਰ ਇਸ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਨਿਵਾਸੀਆਂ ਨੂੰ ਫੌਰਨ ਘਰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਅੱਗ ਬੁਝਾਉਣ ਦੇ ਇਸ ਅਭਿਆਨ ਦੇ ਵਿੱਚ ਫਾਇਰ ਫਾਈਟਰਸ ਦੀਆਂ ਗੱਡੀਆਂ ਤੇ ਹੈਲੀਕਾਪਟਰ ਸਮੇਤ ਕੁੱਲ 1600 ਫਾਇਰ ਫਾਈਟਰਸ ਲੱਗੇ ਹੋਏ ਹਨ। ਜ਼ਿਆਦਾ ਗਰਮੀ, ਘੱਟ ਹਿਊਮਿਡਿਟੀ ਅਤੇ ਹਵਾ ਦੇ ਕਰਕੇ ਇਹ ਅੱਗ ਤੇਜ਼ੀ ਦੇ ਨਾਲ ਫੈਲ ਰਹੀ ਹੈ। ਜਿੱਥੇ ਕਿ ਈਮੇਲ ਲੀਕਸ ਵਾਲੇ ਮੁੱਦੇ ਦੇ ਕਰਕੇ ਹਿਲਰੀ ਕਲਿੰਟਨ ਨੂੰ ਔਖਾ ਵਕਤ ਚੱਲਣਾ ਪੈ ਰਿਹਾ ਹੈ, ਉੱਥੇ ਹੀ ਹਿਲਰੀ ਕਲਿੰਟਨ ਦੇ ਲਈ ਇੱਕ ਰਾਹਤ ਦੀ ਖਬਰ ਵੀ ਆਉਂਦੀ ਨਜ਼ਰ ਆ ਰਹੀ ਹੈ। ਬਿਜ਼ਨਸਮੈਨ ਮਾਈਕਲ ਬਲੂਮਬਰਗ ਨੇ ਹਿਲਰੀ ਕਲਿੰਟਨ ਨੂੰ ਇੰਡੋਰਸ ਕਰਨ ਦੀ ਘੋਸ਼ਣਾ ਕਰ ਦਿੱਤੀ ਹੈ। ਮਾਈਕਲ ਆਰ ਬਲੂਮਬਰਗ ਦੁਆਰਾ ਡੈਮੋਕ੍ਰੈਟਿਕ ਪਾਰਟੀ ਦੀ ਹਿਲਰੀ ਕਲਿੰਟਨ ਨੂੰ ਇੰਡੋਰਸ ਕਰਨ ਦੀ ਖਬਰ ਸਭ ਨੂੰ ਚੌਂਕਾਉਣ ਵਾਲੀ ਹੈ, ਕਿਉਂਕਿ ਬਲੂਮਬਰਗ ਸਨ 2000 ਤੋਂ ਡੈਮੋਕ੍ਰੈਟਿਕ ਪਾਰਟੀ ਦਾ ਹਿੱਸਾ ਨਹੀਂ ਹਨ। ਇਸ ਤੋਂ ਬਾਅਦ ਉਹ ਰਿਪਬਲਿਕਨ ਪਾਰਟੀ ਦੇ ਵੱਲੋਂ ਨਿਊਯਾਰਕ ਸਿਟੀ ਦੇ ਮੇਅਰ ਵੀ ਰਹਿ ਚੁੱਕੇ ਹਨ ਅਤੇ ਬਾਅਦ ਦੇ ਵਿੱਚ ਉਹਨਾਂ ਨੇ ਰਿਪਬਲਿਕਨ ਪਾਰਟੀ ਵੀ ਛੱਡ ਦਿੱਤੀ ਸੀ। ਪਰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਬਣਨ ਮਗਰੋਂ ਬਲੂਮਬਰਗ ਨੇ ਹੁਣ ਆਪਣੀ ਇੰਡੋਰਸਮੈਂਟ ਹਿਲਰੀ ਕਲਿੰਟਨ ਨੂੰ ਦੇਣ ਦਾ ਫੈਸਲਾ ਕੀਤਾ ਹੈ। ਉਹ ਫਿਲਾਡੈਲਫੀਆ ਦੇ ਵਿੱਚ ਹੋ ਰਹੀ ਡੈਮੋਕ੍ਰੈਟਿਕ ਪਾਰਟੀ ਦੀ ਕਨਵੈਨਸ਼ਨ ਦੇ ਵਿੱਚ ਹਿਲਰੀ ਕਲਿੰਟਨ ਨੂੰ ਆਪਣੀ ਇੰਡੋਰਸਮੈਂਟ ਦੇਣਗੇ। ਦੱਸਿਆ ਜਾ ਰਿਹਾ ਹੈ ਕਿ ਬਲੂਮਬਰਗ ਦੀ ਡੋਨਲਡ ਟਰੰਪ ਦੇ ਇਮੀਗ੍ਰੇਸ਼ਨ ਅਤੇ ਹੋਰ ਇਕਨੋਮਿਕਲ ਮੁੱਦਿਆਂ ਨੂੰ ਲੈ ਕੇ ਕਾਫੀ ਵੱਖ ਮਤ ਹਨ। ਪਹਿਲਾਂ ਖਬਰਾਂ ਇਹ ਵੀ ਆ ਰਹੀਆਂ ਸਨ ਕਿ ਮਾਈਕਲ ਬਲੂਮਬਰਗ ਖੁਦ ਨਵੰਬਰ 2016 ਦੇ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਖੜੇ ਹੋਣਗੇ, ਪਰ ਬਾਅਦ ਦੇ ਵਿੱਚ ਉਹਨਾਂ ਨੇ ਚੋਣਾਂ ਦੇ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਸੀ। ਟੈਕਸਸ ਦੇ ਬ੍ਰੈਸਟਾਪ ਸਥਿਤ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਗੋਲੀਬਾਰੀ ਤੋਂ ਬਾਅਦ
4 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਬੈਸਟਰੋਪ ਕਾਉਂਟੀ ਦੇ ਸ਼ੈਰਿਫ ਦਫ਼ਤਰ ਦੀ ਬੁਲਾਰਨ ਡੌਨ ਐਡਮਸ ਨੇ ਦੱਸਿਆ ਕਿ ਘਟਨਾ ਦੇ ਵਿੱਚ ਮਾਰੇ ਗਏ ਲੋਕਾਂ ਤੋਂ ਇਲਾਵਾ ਇੱਕ ਬੱਚਾ ਵੀ ਜ਼ਖਮੀ ਹੋਇਆ ਹੈ, ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਡੌਨ ਐਡਮਸ ਨੇ ਦੱਸਿਆ ਕਿ ਫਿਲਹਾਲ ਸ਼ੱਕੀ ਜਾਂ ਇਸ ਗੋਲਾਬਾਰੀ ਨੂੰ ਅੰਜਾਮ ਦੇਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਦੱਖਣੀ ਪੂਰਬੀ ਆਸਟਿਨ ਤੋਂ 33 ਮੀਲ ਦੀ ਦੂਰੀ ਦੇ ਉੱਤੇ ਸਥਿਤ ਬੈਸਟਰੋਪ ਦੇ ਵਿੱਚ ਕਰੀਬ 7500 ਲੋਕ ਰਹਿੰਦੇ ਹਨ। ਜਰਮਨੀ ਦੇ ਸ਼ਹਿਰ ਨਿਊਰਮਬਰਗ ਦੇ ਵਿੱਚ ਅੱਜ ਇੱਕ ਹੋਰ ਹਾਦਸਾ ਹੋਇਆ, ਜਿਸ ਦੇ ਵਿੱਚ ਇੱਕ ਅੱਤਵਾਦੀ ਨੇ ਆਪਣੇ ਆਪ ਨੂੰ ਉਡਾ ਲਿਆ। ਇਸ ਹਮਲੇ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਗਈ ਹੈ ਤੇ 12 ਹੋਰ ਲੋਕ ਜ਼ਖਮੀ ਹੋਏ ਹਨ। ਜਰਮਨੀ ਦੇ ਵਿੱਚ ਇੱਕੋ ਹਫ਼ਤੇ ਦੇ ਵਿੱਚ ਹੋਣ ਵਾਲੀ ਇਹ ਚੌਥੀ ਹਿੰਸਕ ਘਟਨਾ ਹੈ। ਇੰਟੀਰੀਅਰ ਮਿਨਿਸਟਰੀ ਦੇ ਸਪੋਕਸਮੈਨ ਨੇ ਦੱਸਿਆ ਕਿ ਉਹਨਾਂ ਨੂੰ ਇਸ ਹਮਲੇ ਦੇ ਪਿੱਛੇ ਇੱਕ ਅੱਤਵਾਦੀ ਹਮਲੇ ਦਾ ਸ਼ੱਕ ਹੈ ਤੇ ਇੱਕ 21 ਸਾਲਾਂ ਦੇ ਸੀਰੀਅਨ ਰਿਫਿਊਜੀ ਦੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਵੀ ਕੀਤੀ ਗਈ ਹੈ। ਬ੍ਰਾਜ਼ੀਲ ਦੇ ਵਿੱਚ ਅਗਲੇ ਮਹੀਨੇ ਹੋਣ ਜਾ ਰਹੀਆਂ ਓਲੰਪਿਕਸ ਗੇਮਜ਼ ਜੋ ਕਿ ਰੀਓ ਦੇ ਵਿੱਚ ਹੋਣੀਆਂ ਹਨ, ਇਸ ਹਫ਼ਤੇ ਇੱਥੇ ਇੰਟਰਨੈਸ਼ਨਲ ਟੀਮਜ਼ ਨੇ ਆਉਣਾ ਸ਼ੁਰੂ ਕਰ ਦਿੱਤਾ। ਪਰ ਓਲੰਪਿਕ ਗੇਮਜ਼ ਦੇ ਲਈ ਬਣਾਏ ਗਏ ਓਲੰਪਿਕ ਵਿਲੇਜ ਦੇ ਵਿੱਚ ਐਥਲੀਟਸ ਨੇ ਸ਼ਿਕਾਇਤ ਕੀਤੀ ਹੈ ਕਿ ਇਹ ਰਹਿਣ ਲਾਇਕ ਨਹੀਂ ਹਨ। ਆਸਟ੍ਰੇਲੀਆ ਦੇ ਆਈ ਡੈਲੀਗੇਸ਼ਨ ਦੇ ਮੁਤਾਬਿਕ ਉਹਨਾਂ ਨੂੰ ਜੋ ਰੂਮ ਅਲਾਟ ਕੀਤੇ ਗਏ ਹਨ, ਉਹਨਾਂ ਦੇ ਵਿੱਚ ਵਾਇਰਿੰਗ ਪ੍ਰੋਪਰ ਤਰ੍ਹਾਂ ਨਹੀਂ ਕੀਤੀ ਗਈ ਅਤੇ ਗੈਸ ਦੀ ਸਮੈਲ ਪੂਰੇ ਰੂਮ ਦੇ ਵਿੱਚ ਮਿਲ ਸਕਦੀ ਹੈ ਅਤੇ ਬਾਥਰੂਮ ਦੇ ਵਿੱਚ ਵੀ ਪਾਣੀ ਲੀਕ ਕਰ ਰਿਹਾ ਹੈ। ਗ੍ਰੇਟ ਬ੍ਰਿਟੇਨ ਅਤੇ ਨਿਊਜ਼ੀਲੈਂਡ ਤੋਂ ਆਏ ਡੈਲੀਗੇਸ਼ਨ ਨੇ ਵੀ ਕੁਝ ਇਸੇ ਤਰ੍ਹਾਂ ਦੀਆਂ ਸ਼ਿਕਾਇਤਾਂ ਕੀਤੀਆਂ ਹਨ। ਇਹਨਾਂ ਸਾਰੀਆਂ ਟੀਮਸ ਨੇ ਜਿੰਨਾ ਚਿਰ ਰਹਿਣ ਦੇ ਲਈ ਪ੍ਰੋਪਰ ਰੂਮਸ ਐਲੋਕੇਟ ਨਹੀਂ ਕੀਤੇ ਜਾਂਦੇ, ਉਹਨਾਂ ਚਿਰ ਹੋਟਲ ਦੇ ਵਿੱਚ ਰਹਿਣ ਦਾ ਮਨ ਬਣਾਇਆ ਹੈ। ਬ੍ਰਾਜ਼ੀਲ ਦੇ ਵਿੱਚ ਇਹ ਓਲੰਪਿਕਸ ਗੇਮਸ ਹੋਣ ਤੋਂ ਪਹਿਲਾਂ ਹੀ ਕਾਫੀ ਸੁਰਖੀਆਂ ਦੇ ਵਿੱਚ ਆ ਰਹੀਆਂ ਹਨ, ਕਿਉਂਕਿ ਪਹਿਲਾਂ ਜ਼ੀਕਾ ਵਾਇਰਸ ਦੇ ਕਰਕੇ ਓਲੰਪਿਕਸ ਨੂੰ ਸਸਪੈਂਡ ਕਰਨ ਦੀ ਮੰਗ ਵੀ ਕੀਤੀ ਗਈ ਸੀ ਅਤੇ ਇੰਨਾ ਹੀ ਨਹੀਂ, ਬ੍ਰਾਜ਼ੀਲ ਨੇ ਵੀ ਆਪਣੀ ਮਾਲੀ ਹਾਲਤ ਖਰਾਬ ਦੱਸਦੇ ਹੋਏ ਓਲੰਪਿਕਸ ਦੇ ਵਿੱਚ ਜ਼ਿਆਦਾ ਪੈਸਾ ਲਾਉਣ ਤੋਂ ਮਨਾ ਕਰ ਦਿੱਤਾ ਸੀ। ਇੱਥੋਂ ਹੀ ਆ ਰਹੀ ਇੱਕ ਹੋਰ ਖਬਰ ਦੇ ਮੁਤਾਬਿਕ ਨਿਊਜ਼ੀਲੈਂਡ ਦੇ ਸਪੋਰਟਸਮੈਨ ਜੇਸਨ ਲੀ ਨੇ ਕਿਹਾ ਹੈ ਕਿ ਉਸ ਦਾ ਕਿਡਨੈਪ ਬ੍ਰਾਜ਼ੀਲ ਦੇ ਵਿੱਚ ਆਉਣ ਤੋਂ ਬਾਅਦ ਹੋ ਗਿਆ ਅਤੇ ਪੁਲਿਸ ਦੀ ਵਰਦੀ ਦੇ ਵਿੱਚ ਮੌਜੂਦ ਇੱਕ ਵਿਅਕਤੀ ਨੇ ਉਸ ਦੇ ਕੋਲੋਂ ਜਬਰਨ ATM ਦੇ ਵਿੱਚੋਂ ਪੈਸੇ ਕਢਵਾਏ। ਡੈਲਾਵੇਅਰ ਕਾਉਂਟੀ ਦੇ ਵਿੱਚ ਹੋਏ ਇੱਕ ਹਾਦਸੇ ਦੇ ਵਿੱਚ ਇੱਕ ਬੱਸ ਅਤੇ ਟਰੈਕਟਰ ਟ੍ਰੇਲਰ ਆਪਸ ਦੇ ਵਿੱਚ ਟਕਰਾ ਗਏ। ਇਸ ਹਾਦਸੇ ਦੇ ਵਿੱਚ ਲਗਭਗ 26 ਲੋਕਾਂ ਨੂੰ ਸੱਟਾਂ ਵੱਜੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਰੂਟ ਨੰਬਰ 113 ਦੇ ਉੱਤੇ ਆ ਰਹੀ ਬੱਸ ਦੇ ਵਿੱਚ ਇੱਕ ਜੀਪ ਟਕਰਾਈ, ਜੋ ਕਿ ਬਾਅਦ ਦੇ ਵਿੱਚ ਟਰੈਕਟਰ ਟ੍ਰੇਲਰ ਦੇ ਵਿੱਚ ਜਾ ਟਕਰਾਈ। ਬੱਸ ਦੇ ਵਿੱਚ ਸਵਾਰ 26 ਯਾਤਰੀ ਅਤੇ 2 ਪੈਦਲ ਚੱਲ ਰਹੇ ਯਾਤਰੀਆਂ ਨੂੰ ਇਸ ਹਾਦਸੇ ਦੇ ਵਿੱਚ ਕਾਫੀ ਸੱਟਾਂ ਵੱਜੀਆਂ ਹਨ। ਇਹਨਾਂ ਸਾਰਿਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਆਈਆਂ ਖਬਰਾਂ ਦੇ ਮੁਤਾਬਿਕ ਕਿਸੇ ਨੂੰ ਵੀ ਲਾਈਫ ਥ੍ਰੈਟਨਿੰਗ ਸੱਟ ਨਹੀਂ ਵੱਜੀ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਸੈਨੋਜ਼ੇ ਦੇ ਵਿੱਚ ਸੋਮਵਾਰ ਨੂੰ ਹਾਈ ਟੈਂਪਰੇਚਰ ਰਹੇਗਾ 86 ਡਿਗਰੀ ਅਤੇ ਲੋ ਟੈਂਪਰੇਚਰ 58 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 98 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 101 ਡਿਗਰੀ ਹਾਈ ਅਤੇ ਰਾਤ ਨੂੰ 63 ਡਿਗਰੀ ਲੋ। ਸਟਾਕਟਨ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਟ੍ਰੇਸੀ ਦੇ ਵਿੱਚ 100 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਮੋਡੈਸਟੋ ਦੇ ਵਿੱਚ 103 ਡਿਗਰੀ ਹਾਈ ਅਤੇ ਰਾਤ ਨੂੰ 65 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 105 ਡਿਗਰੀ ਹਾਈ ਅਤੇ ਰਾਤ ਨੂੰ 69 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 107 ਡਿਗਰੀ ਹਾਈ ਅਤੇ ਰਾਤ ਨੂੰ 77 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 87 ਡਿਗਰੀ ਹਾਈ ਅਤੇ ਰਾਤ ਨੂੰ 68 ਡਿਗਰੀ ਲੋ। ਟਰਕੀ ਦੇ ਵਿੱਚ 85 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 86 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 87 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ। ਸੈਟਲ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 101 ਡਿਗਰੀ ਹਾਈ ਅਤੇ ਰਾਤ ਨੂੰ 73 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 85 ਡਿਗਰੀ ਹਾਈ ਅਤੇ ਰਾਤ ਨੂੰ 68 ਡਿਗਰੀ ਲੋ। ਨਿਊਯਾਰਕ ਦੇ ਵਿੱਚ 93 ਡਿਗਰੀ ਹਾਈ ਅਤੇ ਰਾਤ ਨੂੰ 78 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 32 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 18 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 28 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 17 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 38 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 28 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 31 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 19 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 26 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ACG ਮੌਸਮ ਦੀ ਜਾਣਕਾਰੀ। ਅੱਜ ਵੀਕਐਂਡ ਹੋਣ ਕਾਰਨ ਸਟਾਕ ਮਾਰਕੀਟ ਬੰਦ ਰਹੀ। ਅਗਲੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਮਿਲੇਗੀ ਜੀ ਸੋਮਵਾਰ ਦੇ ਅੰਕ ਵਿੱਚ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ।
ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰ ਫਿਰ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।